अस्सलाम वालेकुम सारे भरावां ਨੂੰ ਤੇ ਜਨਾਬ ਸ਼ਾਦੀ ਅੱਜ ਨਾ ਕੱਲ੍ਹ ਤਾਂ ਤੁਸੀਂ ਸਾਰਿਆਂ ਨੇ ਹੀ ਕਰਨੀ ਹੈ ਤੇ ਚਾਹੇ ਤੁਸੀਂ ਅਰੇਂਜ ਮੈਰਿਜ ਕਰਨ ਲੱਗੇ ਹੋ ਚਾਹੇ ਤੁਸੀਂ ਲਵ ਮੈਰਿਜ ਕਰਨ ਲੱਗੇ ਹੋ ਉਸ ਤੋਂ ਪਹਿਲਾਂ ਮੇਰੀਆਂ ਗੱਲਾਂ ਨੂੰ ਪੱਲੇ ਬੰਨ੍ਹ ਲਿਓ ਲਾਜ਼ਮੀ ਯਾਦ ਰੱਖਿਓ ਕਿਉਂਕਿ ਇਹ ਕੋਈ ਗੁੱਡੀ ਗੁੱਡੇ ਦਾ ਖੇਲ ਤੇ ਹੈ ਨਹੀਂ ਕਿ ਜਿਹੜਾ ਰੋਜ਼-ਰੋਜ਼ ਖੇਡਿਆ ਜਾਵੇ। ਇਹ ਲੱਡੂ ਰੋਜ਼ ਨਹੀਂ ਖਾਧਾ ਜਾਂਦਾ, ਜਿੰਨੀ ਮਹਿੰਗਾਈ ਇੱਕੋ ਦਿਨ ਹੀ ਖਾਧਾ ਜਾਂਦਾ ਤੇ ਬੰਦਾ ਇਸ ਤੋਂ ਪਹਿਲਾਂ ਕਿ ਬਾਅਦ 'ਚ ਪਛਤਾਵੇ। ਪਹਿਲਾਂ ਗੱਲਾਂ ਮੇਰੀਆਂ ਪੱਲੇ ਬੰਨ੍ਹ ਲਿਓ ਕਿ ਜਿਸ ਔਰਤ ਨਾਲ ਤੁਸੀਂ ਸ਼ਾਦੀ ਕਰਨ ਲੱਗੇ ਹੋ ਤੁਹਾਡੇ ਵਾਸਤੇ ਬਿਹਤਰ ਹੈ ਜਾਂ ਨਹੀਂ ਹੈ, ਉਹ ਕਿ ਤੁਹਾਨੂੰ ਕਿਵੇਂ ਪਤਾ ਲੱਗੇਗਾ। ਅਗਰ ਤੁਸੀਂ ਇੱਕ ਗੈਰਤਮੰਦ ਮਰਦ ਹੋ ਤਾਂ ਤੁਹਾਨੂੰ ਉਹਨਾਂ ਚੀਜ਼ਾਂ ਨਾਲ ਅਗਰ ਫ਼ਰਕ ਪੈਂਦਾ ਵੀ ਔਰ ਤੁਹਾਡੀ ਗੈਰਤ ਤੇ ਇੱਜ਼ਤ ਹੈ ਤੁਹਾਡੀ, ਉਹ ਤੋਂ ਤੁਹਾਡੀ ਅੱਗੇ ਨਸਲ ਚੱਲਣੀ ਹੈ ਕਿ ਤੁਹਾਡੀ ਅੱਗੋਂ ਅੱਛੀ ਨਸਲ ਆਵੇ, ਫਿਰ ਇਹ ਗੱਲਾਂ ਨੂੰ ਲਾਜ਼ਮੀ ਯਾਦ ਰੱਖ ਲਿਓ। ਚਾਹੇ ਲਵ ਮੈਰਿਜ ਕਰਨ ਲੱਗੇ ਹੋ ਚਾਹੇ ਅਰੇਂਜ ਮੈਰਿਜ ਕਰਨ ਲੱਗੇ ਹੋ। ਤੇ ਹੁਣ ਸਵਾਲ ਇਹ ਵੀ ਪਤਾ ਕਿਵੇਂ ਲੱਗੇ ਕਿ ਵੀ ਇਹ ਔਰਤ ਸਾਡੇ ਵਾਸਤੇ ਅੱਛੀ ਹੈ ਕਿ ਨਹੀਂ, ਸਾਡੇ ਹੱਕ 'ਚ ਬਿਹਤਰ ਹੈ ਜਾਂ ਨਹੀਂ ਹੈ। ਉਹ ਫਿਰ ਲੋਕ ਕਹਿੰਦੇ ਹੁੰਦੇ ਨੇ ਜਨਾਬ ਅਸੀਂ ਤਾਂ ਜਦੋਂ ਗਏ ਸਾਂ ਉਦੋਂ ਤੇ ਵੇਖਿਆ ਸੀ ਉਹਨਾਂ ਦੇ ਘਰ ਦਾ ਚਾਲ ਚਲਣ ਬੜਾ ਅੱਛਾ ਸੀ, ਉਹ ਬੜੇ ਸਾਫ਼ ਸੁਥਰੇ ਲੋਕ ਸਨ, ਲੇਕਿਨ ਹੁਣ ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕਿਵੇਂ ਹੋ ਗਿਆ, ਅਸੀਂ ਤੇ ਕਿਵੇਂ ਧੋਖਾ ਖਾ ਗਏ, ਕੋਈ ਸਮਝ ਨਹੀਂ ਆ ਰਹੀ। ਤੇ ਬਾਈ ਸੋਚੋ, ਮੇਰੀ ਗੱਲ ਨੂੰ ਪੱਲੇ ਬੰਨੋ ਕਿ ਜੇ ਤੁਹਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਤੁਸੀਂ ਉਹਦੇ ਆਉਣ ਤੋਂ ਪਹਿਲਾਂ ਕਿੰਨੀ ਤਿਆਰੀ ਕਰਦੇ ਹੋ। ਹਾਂਡੀਆਂ ਵੰਨ-ਸਵੰਨੀਆਂ ਪਕਾਉਂਦੇ ਹੋ, ਠੀਕ ਹੈ ਨਾ, ਬੱਚਿਆਂ ਨੂੰ ਕਹਿੰਦੇ ਹੋ ਸ਼ਰਾਰਤਾਂ ਨਾ ਕਰਿਓ, ਘਰ ਨੂੰ ਸਾਫ਼ ਸੁਥਰਾ ਰੱਖਦੇ ਹੋ। ਇਹੀ ਚੀਜ਼ਾਂ ਉਹ ਕਰਦੇ ਨੇ, ਉਹ ਬੜਾ ਘਰ ਨੂੰ ਮੇਨਟੇਨ ਕਰਦੇ ਨੇ। ਉਹ ਉਹਨਾਂ ਦੀ ਹਕੀਕਤ ਨਹੀਂ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਮਹਿਮਾਨ ਉਹ ਬੜੇ ਡੀਸੈਂਟ ਬਣ ਕੇ ਰਹਿੰਦੇ ਨੇ। ਉਹ ਕਹਿੰਦੇ ਨੇ ਯਾਰ ਇਹਦਾ ਪਤਾ ਤਾਂ ਬਾਹਰ ਹੀ ਲੱਗਦਾ ਜਦੋਂ ਪੀਣ ਨੂੰ ਲੱਸੀ ਨਾ ਲੱਭੇ। ਤੇ ਇਸ ਤੋਂ ਪਹਿਲਾਂ ਕਿਉਂਕਿ ਹੁਣ ਤਾਂ ਲੜਕੀ ਨੂੰ ਤਾਂ ਤੁਸੀਂ ਮਿਲੇ ਨਹੀਂ, ਲੜਕੀ ਨੂੰ ਤੁਸੀਂ ਜਾਣਦੇ ਨਹੀਂ ਹੈਗੇ। ਤੇ ਜਾਂ ਅਗਰ ਤੁਸੀਂ ਜਾਣਦੇ ਵੀ ਤਾਂ ਤੁਹਾਨੂੰ ਪਤਾ ਵੀ ਯਾਰ ਕੱਲ੍ਹ ਨੂੰ ਮੇਰੇ ਨਾਲ ਕਿਵੇਂ ਦੀ ਚੱਲੇਗੀ, ਕਿਉਂਕਿ ਮੂੰਹ ਤਾਂ ਦੁਨੀਆ 'ਤੇ ਹੋਰ ਹੁੰਦੀ ਹੈ। ਬੜੀਆਂ-ਬੜੀਆਂ ਲੰਮੀਆਂ ਜੇ ਲਵ ਮੈਰਿਜ ਤਾਂ ਬੜੀਆਂ ਛੱਡਦੇ, ਮੈਂ ਤੇਰੇ ਪਿੱਛੇ ਜਾਨ ਦੇ ਦਾਂਗੀ, ਮਰ ਜਾਵਾਂਗੇ, ਇੰਝ ਕਰ ਦਾਂਗੇ, ਮਤਲਬ ਪਤਾ ਕਿਵੇਂ ਲੱਗਿਆ ਵੀ ਵਾਕਈ ਹੀ ਹਕੀਕਤ ਵੀ ਹੈ ਜਾਂ ਨਹੀਂ। ਉਹਦਾ ਇੱਕੋ ਹੀ ਹੱਲ ਹੈ ਕਿ ਤੁਸੀਂ ਉਸ ਲੜਕੀ ਦੀ ਮਾਂ ਨੂੰ ਦੇਖ ਲੈਣਾ, ਕਿਉਂਕਿ ਔਰਤ ਜਿਹੜੀ ਨਾ 90% ਜਿਹੜੀ ਨਾ ਆਪਣੀ ਮਾਂ ਦੀ ਹੀ ਫੋਟੋਕਾਪੀ ਹੁੰਦੀ ਹੈ ਤੇ ਉਹਨੇ ਉਹੀ ਚੀਜ਼ਾਂ ਸਿੱਖੀਆਂ ਹੁੰਦੀਆਂ ਜੋ ਉਹਦੀ ਮਾਂ ਕਰਦੀ ਹੈ। ਕਿਉਂਕਿ ਉਸ ਪਲੀ ਉਹਦੀ ਉਹ ਪੈਦਾ ਉਹਦੀ ਕੋਖ 'ਚ ਹੁੰਦੀ ਹੈ, ਉਹਦਾ ਦੁੱਧ ਪੀਂਦੀ ਹੈ ਤੇ ਉਹਦੇ ਹੀ ਸਾਏ 'ਚ ਪਰਵਰਿਸ਼ ਪਾਉਂਦੀ ਹੈ, ਠੀਕ ਹੈ। ਤੇ ਉਹਦੇ ਵਾਲੀਆਂ ਹੀ ਖੂਬੀਆਂ ਉਹਦੇ 'ਚ ਹੁੰਦੀਆਂ, 99% ਤਕਰੀਬਨ ਉਹ 'ਚ ਉਹੀ ਖੂਬੀਆਂ ਹੁੰਦੀਆਂ ਨੇ। ਤੇ ਦੇਖ ਲੈਣਾ ਵੀ ਉਹਦੀ ਮਾਂ ਜਿਹੜੀ ਏ ਉਹਦੇ ਬਾਪ ਨਾਲ ਕਿਹੋ ਜਿਹਾ ਉਹਦਾ ਤਅੱਲਕ, ਮਤਲਬ ਉਹ ਬੀਵੀ ਜਿਹੜੀ ਏ ਜਿਹੜੀ ਉਹ ਕੁੜੀ ਦੀ ਮਾਂ ਏ ਉਹਦਾ ਆਪਣੇ ਸ਼ੌਹਰ ਨਾਲ ਕਿਹੋ ਜਿਹਾ ਤਅੱਲਕ ਏ। ਉਹ ਉਹਦੀ ਇੱਜ਼ਤ ਦੀ ਹਿਫਾਜ਼ਤ ਕਰਨ ਵਾਲੀ ਏ, ਉਹ ਉਹਦੀ ਫਰਮਾਬਰਦਾਰ ਏ, ਉਹਨੂੰ ਉਹਦੀ ਇੱਜ਼ਤ ਤੇ ਬਿਸਤੀ ਦੇ ਨਾਲ ਫ਼ਰਕ ਪੈਂਦਾ ਹੈ ਵੀ ਮਤਲਬ ਮੈਂ ਆਪਣੇ ਸ਼ੌਹਰ ਦੀ ਗੈਰਤ ਹਾਂ, ਮਤਲਬ ਉਹਦੀ ਹਰ ਇਮਾਨਤ ਦੀ ਹਿਫਾਜ਼ਤ ਕਰਦੀ ਪਈ ਏ। ਤੇ ਉਹਦੀ ਬੇਟੀ ਵੀ ਅੱਗੋਂ ਉਹ ਤੁਹਾਡੀ ਇਮਾਨਤ ਦੀ ਤੇ ਤੁਹਾਡੀ ਇੱਜ਼ਤ ਦੀ ਹਿਫਾਜ਼ਤ ਕਰੇਗੀ। ਅਗਰ ਉਹਦੀ ਮਾਂ ਆਪਣੇ ਸ਼ੌਹਰ ਦੀ ਇੱਜ਼ਤ ਨਹੀਂ ਨਾ ਕਰਦੀ ਪਈ, ਆਪਣੇ ਸ਼ੌਹਰ ਨੂੰ ਜ਼ਲੀਲ ਕਰਦੀ ਪਈ, ਰੱਜ ਕੇ ਉਹਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਵੀ ਮੇਰੇ ਸ਼ੌਹਰ ਦੀ ਇੱਜ਼ਤ ਹੈ ਜਾਂ ਕੀ ਹੈ, ਕੋਈ ਫ਼ਰਕ ਨਹੀਂ ਹੈਗਾ। ਉਹ ਆਪਣੇ ਲੱਗੀ ਬਸ ਟੀ-ਟਾਪ ਤੇ ਹੈਦਰਾਬਾਦ। ਤੇ ਬਾਈ ਉਹ ਤੁਹਾਡੀ ਉਹ ਲੜਕੀ ਵੀ ਅੱਗੋਂ ਤੁਹਾਡੇ ਨਾਲ ਇੱਦਾਂ ਹੀ ਕਰੇਗੀ। ਤੇ ਕੋਈ ਲੋਕ ਹੁੰਦੇ ਨੇ ਕਹਿੰਦੇ ਨੇ ਯਾਰ ਨਹੀਂ ਗੰਦਿਆਂ 'ਚੋਂ ਚੰਗੇ ਤੇ ਚੰਗਿਆਂ 'ਚੋਂ ਗੰਦੇ ਵੀ ਹੋ ਹੀ ਜਾਂਦੇ ਨੇ। ਬਾਈ ਗੱਲ ਤੇਰੀ ਠੀਕ ਹੈ, ਲੇਕਿਨ ਦੇਖ ਤੂੰ ਇੱਕ ਗੈਰਤਮੰਦ ਅਗਰ ਬੀਵੀ ਚਾਹੁੰਦਾ ਹੈ, ਤੂੰ ਅੱਗੋਂ ਚਾਹੁੰਦਾ ਤੇਰੀ ਅੱਛੀ ਨਸਲ ਆਵੇ ਤੇ ਉਹ ਲੜਕੀ ਤੇ ਅੱਛੀ ਹੈ, ਲੇਕਿਨ ਜੇ ਤੇਰੇ ਨਾਲ ਸ਼ਾਦੀ ਹੋਈ ਹੈਗੀ ਤੇ ਤੂੰ ਉਹਨੂੰ ਰੱਖੇਂਗਾ ਮਤਲਬ ਦੀਨਦਾਰ 'ਚ, ਪਰਦੇ 'ਚ ਤੇ ਹਯਾ 'ਚ ਰੱਖੇਂਗਾ ਤੇ ਉਹਦੀ ਮਾਂ ਨੂੰ ਆਖੇਗੀ ਲੈ ਮੈਂ ਤਾਂ ਤੇਰੇ ਬਾਪ ਨੂੰ ਜਦੋਂ ਆਪਣੇ ਪੇਕੇ ਜਾਇਆ ਕਰੇ ਕੁੜੀ ਤੈਨੂੰ ਕਹਿਣਾ ਮੈਂ ਤੇਰੇ ਬਾਪ ਨਾਲ ਮੈਂ ਤਾਂ ਨਹੀਂ, ਵੇਖ ਤੇਰੇ ਬਾਪ ਦੇ ਥੱਲੇ ਲੱਗ ਰਹਿੰਦੀ, ਵੇਖ ਮੈਂ ਲੱਤ ਦੇ ਕੇ ਹਰਸ਼ਾ ਲੈਂਦੀ ਆ ਤੇ ਉਹਨੇ ਕਿ ਰੱਖਣੀ ਆ ਤੇਰੇ ਪਿਓ ਨੂੰ। ਐਵੇਂ ਬੰਦਿਆਂ ਨੂੰ ਰੱਖੀ ਦਾ ਹੀ, ਉਹਨੇ ਉਹਨੂੰ ਉਹ ਸਬਕ ਦੇਣੇ ਨੇ, ਠੀਕ ਹੈ ਨਾ। ਤੇ ਤੂੰ ਆਖਣਾ ਨਹੀਂ ਹਯਾ 'ਚ ਰਹਿ, ਉਹਨੇ ਆਖਣਾ ਨਹੀਂ ਲਸ਼-ਪਸ਼ ਹੋ ਕੇ ਬਾਹਰ ਨਿਕਲਿਆ ਕਰ ਤੇ ਸਵੰਨੇ ਕੱਪੜੇ ਤੇ ਟੀ-ਟਾਪ ਹੋ ਗਏ ਜੋ ਮਾਸ਼ਾ ਚੱਲ ਰਿਹਾ। ਤੇ ਲੇਕਿਨ ਤੈਨੂੰ ਇਹ ਚੀਜ਼ਾਂ ਅਗਰ ਨਹੀਂ ਬਰਦਾਸ਼ਤ, ਅਗਰ ਤੈਨੂੰ ਆਪਣੀ ਬੀਵੀ ਨੂੰ ਆਪਣੀ ਇੱਜ਼ਤ ਸਮਝਣਾ, ਗੈਰਤ ਸਮਝਣਾ, ਤਾਂ ਉਹਨੂੰ ਇਸਲਾਮ ਦੇ ਮੁਤਾਬਕ ਹਯਾ 'ਚ ਰੱਖਣਾ ਚਾਹੁੰਦਾ, ਪਰਦੇ 'ਚ ਰੱਖਣਾ ਚਾਹੁੰਦਾ, ਤੇ ਫਿਰ ਤੈਨੂੰ ਵੇਖਣਾ ਪਏਗਾ ਸ਼ਾਦੀ ਤੋਂ ਪਹਿਲਾਂ ਹੀ ਕਿ ਉਹ ਬੀਵੀ ਤੇਰੇ ਵਾਸਤੇ ਬਿਹਤਰ ਹੈ ਜਾਂ ਨਹੀਂ ਹੈ। ਕਿਉਂਕਿ ਬਾਰ-ਬਾਰ ਤੇ ਫਿਰ ਬਾਅਦ 'ਚ ਪਛਤਾਵਾ ਹੀ ਹੁੰਦਾ ਹੀ, ਕਿਉਂਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਇੱਕ ਦੱਸ ਰਿਹਾ ਤਜਰਬੇ ਨਾਲ। ਉਹੀ ਅਗਰ ਲੜਕੀ ਅੱਛੀ ਵੀ ਹੈ ਨਾ ਲੇਕਿਨ ਉਹਦੀ ਮਾਂ ਨੂੰ ਉਹ ਹੀ ਤਾਲੀਮ ਦੇਗੀ, ਉਹ ਫਿਰ ਤੈਨੂੰ ਪਤਾ ਕਹਿੰਦੇ ਨਾ ਚੁੱਕਣਾ ਪੱਥਰ ਪਾੜ ਦਿੰਦੀ ਹੈ। ਗੱਲਾਂ ਅਸਰ ਕਰਦੀਆਂ, ਗੱਲਾਂ ਤਵੀਜ਼ ਹੁੰਦੇ ਨੇ, ਗੱਲਾਂ ਦੇ ਬੜੇ ਅਸਰ ਹੁੰਦੇ ਨੇ, ਗੱਲਾਂ ਦਿਲ 'ਤੇ ਬੜਾ ਅਸਰ ਕਰਦੀਆਂ ਹੁੰਦੀਆਂ, ਦਿਮਾਗ 'ਚ ਪੈ ਜਾਂਦੀ ਹੁੰਦੀ ਕੋਈ ਨਾ ਕੋਈ ਗੱਲ। ਉਹ ਫਿਰ ਉਹ ਕੁੜੀ ਤੁਹਾਡੇ ਨਾਲ ਉਹੀ ਕੰਮ ਕਰੇਗੀ, ਠੀਕ ਹੈ। ਜਦੋਂ ਉਹੀ ਕੰਮ ਕਰੇਗੀ ਤੁਸੀਂ ਤੁਹਾਨੂੰ ਕੋਈ ਚੀਜ਼ਾਂ ਬਰਦਾਸ਼ਤ ਨਹੀਂ ਹੋਈਆਂ, ਫਿਰ ਆਖਰ ਕੀ ਹੋਏਗੀ, ਉਹਨੇ ਤਾਲੀਮ ਦਿੱਤੀ ਹੋਏਗੀ ਉਹਨੂੰ ਉਹੋ ਜਿਹੀ, ਤਾਂ ਫਿਰ ਅੱਗੋਂ ਡਿਗਰੀ ਉਹਨੂੰ ਕਿਹੋ ਜਿਹੀ ਮਿਲੇਗੀ, ਫਿਰ ਤਲਾਕ ਦੀ ਡਿਗਰੀ ਪਏਗੀ, ਨਾਚਾਕੀ ਹੋਏਗੀ, ਬੇਇਤਫਾਕੀ ਹੋਏਗੀ, ਅੱਗੋਂ ਜਿਹੜੇ ਬਾਲ ਹੋਣਗੇ ਉਹਨਾਂ ਦੀ ਜ਼ਿੰਦਗੀ ਖਰਾਬ, ਤੁਹਾਡੀ ਜ਼ਿੰਦਗੀ ਖਰਾਬ, ਉਹਦੀ ਜ਼ਿੰਦਗੀ ਖਰਾਬ। ਤੇ ਬਿਹਤਰ ਨਹੀਂ ਇਸ ਤੋਂ ਪਹਿਲਾਂ ਇਨਸਾਨ ਚੈੱਕ ਕਰ ਲਏ ਕਿ ਯਾਰ ਜੇ ਇਸ ਲੜਕੀ ਨਾਲ ਮੈਂ ਸ਼ਾਦੀ ਕਰਨ ਲੱਗਾ ਵਾਂ ਕਿਉਂ ਨਾ ਵੇਖ ਲਿਆ ਜਾਵੇ ਕਿ ਮੇਰੇ ਵਾਸਤੇ ਬਿਹਤਰ ਹੈ ਜਾਂ ਨਹੀਂ ਹੈ। ਤੇ ਉਹੀ ਇਹੀ ਇੱਕ ਤਰੀਕਾ ਵੇਖਣ ਦਾ। ਉਹਦੇ ਬਾਪ ਦੀ ਗੈਰਤ ਵੇਖ ਲਓ, ਅਗਰ ਤੁਸੀਂ ਮਾਂ ਨੂੰ ਨਹੀਂ ਜਾਣਦੇ ਤਾਂ ਉਹਦੇ ਬਾਪ ਦੀ ਗੈਰਤ ਨੂੰ ਵੇਖ ਲਓ, ਤੇ ਭਰਾਵਾਂ ਨੂੰ ਗੈਰਤ ਵੇਖ ਲਓ। ਇੱਕ ਗੈਰਤਮੰਦ ਮਰਦ ਆਪਣੇ ਘਰ 'ਚ ਇਹੋ ਜਿਹੀਆਂ ਬਗੈਰਤੀਆਂ ਨਹੀਂ ਬਰਦਾਸ਼ਤ ਕਰਦਾ ਹੁੰਦਾ, ਸਹੀ ਹੈ ਨਾ। ਅਗਰ ਉਹ ਵਾਕਿਆ ਹੀ ਗੈਰਤਮੰਦ ਮਰਦੇ, ਉਹ ਵਾਕਿਆ ਹੀ ਇੱਕ ਦੀਨਦਾਰ ਮਰਦੇ, ਵੇਖੋ ਵੀ ਉਹਨਾਂ ਦੇ ਘਰ 'ਚ ਕੋਈ ਆ ਜਾ ਰਿਹਾ ਉਹਨੂੰ ਕੋਈ ਫ਼ਰਕ ਪੈ ਰਿਹਾ ਕਿ ਨਹੀਂ, ਕਿਉਂਕਿ ਉਹ ਦਯੂਸ ਤਾਂ ਨਹੀਂ ਕਿਤੇ।
ਵੀ ਉਹਦੇ ਘਰ ਜਿਹੜਾ ਮਰਜ਼ੀ ਆ ਰਿਹਾ ਜਾ ਰਿਹਾ, ਉਹਨੂੰ ਕੋਈ ਫਿਕਰ ਹੀ ਨਹੀਂ ਹੈਗੀ ਬੀਵੀ ਕਿੱਥੇ ਫਿਰ ਰਹੀ, ਕੋਈ ਫਿਕਰ ਹੀ ਨਹੀਂ ਹੈਗੀ, ਬੀਵੀ ਨੂੰ ਪਤਾ ਨਹੀਂ ਮੇਰਾ ਸ਼ੌਹਰ ਕਿੱਥੇ ਫਿਰ ਰਿਹਾ, ਕੋਈ ਪਤਾ ਹੀ ਨਹੀਂ। ਤਾਂ ਬਾਈ ਫਿਰ ਤੈਨੂੰ ਉਸ ਘਰ 'ਚ ਪੈਰ ਨਹੀਂ ਰੱਖਣਾ ਚਾਹੀਦਾ ਪਹਿਲਾਂ ਹੀ, ਬਜਾਏ ਕਿ ਸ਼ਾਦੀ ਕਰਨ ਤੋਂ ਬਾਅਦ ਫਿਰ ਨਚਾਕੀਆਂ ਅਤੇ ਤਲਾਕਾਂ ਦੇ ਮਾਸ਼ਰੇ 'ਚ ਅੱਗੇ ਹੀ ਬੜਾ ਇਹ ਕੰਮ ਹੋਇਆ ਵਾ, ਇਸ ਤੋਂ ਪਹਿਲਾਂ ਹੀ ਬਾਅਦ 'ਚ। ਅਗਰ ਤੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ ਹੈਗਾ ਵੀ ਬੀਵੀ ਕਿੱਥੋਂ ਆ ਰਹੀ ਕਿੱਥੇ ਜਾ ਰਹੀ ਏ, ਤੇ ਫਿਰ ਤੇ ਕੋਈ ਨਹੀਂ, ਟਿਕ ਕਰ ਜਾਂਦੀ ਕਰ ਜਿੱਥੇ ਮਰਜ਼ੀ ਕਰਾ ਲਾ, ਕੋਈ ਮਸਲਾ ਨਹੀਂ। ਅਗਰ ਤੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਤਾਂ ਪਹਿਲਾਂ ਦੇਖ, ਕਿਉਂਕਿ ਔਰਤ ਨੂੰ ਤੂੰ ਜਾਣਦਾ ਨਹੀਂ। ਅਗਰ ਲਵ ਮੈਰਿਜ ਅਗਰ ਤੂੰ ਉਸ ਲੜਕੀ ਨੂੰ ਜਾਣਨਾ ਹੈ ਤੇ ਲੇਕਿਨ ਇਹ ਉਹ ਤੈਨੂੰ ਹੁਣ ਕਹਿ ਰਹੀ ਹੈ ਵੀ ਮੈਂ ਤੇਰੇ ਵਾਸਤੇ ਜਾਨ ਦੇ ਦਾਂਗੀ, ਮਰ ਜਾਵਾਂਗੀ, ਸਭ ਕੁਝ ਛੱਡ ਦਾਂਗੀ, ਤੇ ਮੇਰੀ ਇੱਕ ਗੱਲ ਯਾਦ ਰੱਖੀ ਯਾਰ, ਇਹ ਔਰਤਾਂ ਜਿਹੜੀਆਂ ਨਾ ਇਹ ਗਮ ਵੀ ਬੜੀ ਜਲਦੀ ਭੁੱਲਦੀਆਂ ਈ ਤੇ ਖੁਸ਼ੀ ਵੀ ਬਹੁਤ ਜਲਦੀ ਭੁੱਲਦੀਆਂ ਈ। ਇਹ ਜਿਹੜੀਆਂ ਕੁੜੀਆਂ ਕਹਿ ਰਹੀਆਂ ਨੇ ਨਾ ਵੀ ਮਤਲਬ ਮੈਂ ਤੇਰੇ ਪਿੱਛੇ ਮਰ ਜਾਵਾਂਗੀ, ਤੂੰ ਮੈਨੂੰ ਛੱਡਿਆ ਤੇ ਮੈਂ ਮਰ ਜਾਣਾ ਹੀ, ਮੈਂ ਇੰਝ ਕਰ ਦੇਣਾ ਹੀ, ਉਹ ਕਰ ਦੇਣਾ, ਇਹ ਕਰ ਦੇਣਾ, ਸਾਰੇ ਬਸ ਜਜ਼ਬਾਤੀ ਗੱਲਾਂ ਹੀ। ਤੂੰ ਸੋਚ, ਜਿਹੜੀਆਂ ਲੜਕੀਆਂ ਬਿਸਕੁਟ ਜਾਂ ਲੇਜ਼ ਦਾ ਪੈਕਟ ਲੈਂਦੇ ਉਹਦੇ 'ਚ ਵੇਖਿਆ ਭੋਰ ਜਿਹਾ ਹੁੰਦਾ, ਇਹ ਉਹਨੂੰ ਛਾਪਰ 'ਚ ਨਹੀਂ ਰਹਿਣ ਦਿੰਦੀਆਂ ਹੈਗੀਆਂ, ਉਹਨੂੰ ਨਹੀਂ ਛੱਡਦੀਆਂ ਛਾਪਰ 'ਚ, ਤੇ ਤੇਰੇ ਪਿੱਛੇ ਦੁਨੀਆ ਛੱਡ ਦੇਣਗੀਆਂ ਯਾਰ। ਇਹ ਬਸ ਧਿਆਨ ਨੂੰ ਹੀ ਮਾਰ ਦਿੰਦੀਆਂ ਅੰਦਰੋਂ, ਮਤਲਬ ਤੁਹਾਡਾ ਦਿਲ ਤੋੜਨਗੀਆਂ, ਮਤਲਬ ਧਿਆਨ ਨੂੰ ਅੰਦਰੋਂ ਖਤਮ ਕਰ ਦੇਣਗੀਆਂ। ਉਹੀ ਤੁਸੀਂ ਸੋਚੋਗੇ ਸਾਡੇ ਨਾਲ ਬੜਾ ਪਿਆਰ ਕਰ, ਫਿਰ ਤੁਹਾਨੂੰ ਕਿਤੇ ਧੋਖਾ ਦੇਣ ਕਿਸੇ ਹੋਰ ਨਾਲ ਚਲੇ ਜਾਣਗੇ। ਬਾਈ ਇਹ ਅੱਛੇ ਤੋਂ ਅੱਛੇ ਦੀ ਤਲਾਸ਼ ਹੁੰਦੀ ਹੈ। ਅਗਰ ਤੁਹਾਡੇ ਨਾਲ ਕੋਈ ਮੁਹੱਬਤ ਕਰਦੀ ਪਈ ਹੈ ਨਾ, ਤਾਂ ਵੇਖੋ ਉਹਦੀ ਮਾਂ ਅਗਰ ਗੈਰਤਮੰਦ ਉਹਦਾ ਬਾਪ ਗੈਰਤਮੰਦ ਹੈ, ਤੇ ਹਾਂ ਫਿਰ ਮੈਂ ਕਹਿ ਸਕਦਾ ਤੁਸੀਂ ਉਹਦੇ ਨਾਲ ਹੱਕ ਹਲਾਲ ਨਿਕਾਹ ਕਰੋ, ਕਿਉਂਕਿ ਅਗਰ ਜਿਹਦਾ ਮਾਂ ਬਾਪ ਤੇ ਉਹਦੀ ਮਾਂ ਵੀ ਗੈਰਤਮੰਦ ਨੇ, ਉਹਦੇ ਭੈਣ ਭਰਾ ਗੈਰਤਮੰਦ, ਤੇ ਉਹ ਤੁਹਾਡੇ ਨਾਲ ਸੱਚੀ ਮੁਹੱਬਤ ਕਰੇਗੀ। ਤੁਹਾਡੀ ਮੁਹੱਬਤ ਹੋ ਜਾਣਾ ਗੁਨਾਹ ਨਹੀਂ ਹੈਗਾ, ਮੁਹੱਬਤ ਕਰਨਾ ਗੁਨਾਹ ਨਹੀਂ ਹੈਗਾ। ਤੁਸੀਂ ਫਿਰ ਉਹਨਾਂ ਨਾਲ ਨਿਕਾਹ ਕਰੋ, ਫਿਰ ਤੁਹਾਡੇ ਵਾਸਤੇ ਇੱਕ ਅੱਛੀ ਲੜਕੀ ਆ, ਫਿਰ ਤਾਂ ਸੋਨੇ ਦਾ ਸੁਹਾਗਾ ਯਾਰ। ਇੱਕ ਤਾਂ ਲਵ ਮੈਰਿਜ, ਕਿਉਂਕਿ ਪਿਆਰ ਵੀ ਉਹਨੂੰ ਤੁਹਾਡੇ ਨਾਲ, ਉਤੋਂ ਗੈਰਤਮੰਦ ਵੀ ਹੋਇਆ, ਉਹਦੀ ਨਸਲ ਗੈਰਤਮੰਦ, ਤਾਂ ਫਿਰ ਤਾਂ ਚੋਰੀ ਸਾਹਿਬ ਮੈਂ ਨਾ ਚੱਸ ਆ ਗਈ, ਫਿਰ ਤਾਂ ਪੰਜਾ ਹੀ ਘਿਓ 'ਚ। ਤੇ ਅਗਰ ਉਹ ਤੁਹਾਡੇ ਨਾਲ ਮੁਹੱਬਤ ਕਰਦੀ ਪਈ ਹੈ ਲੇਕਿਨ ਉਹਦਾ ਹਸਬ ਨਸਬ ਹੋਵੇ, ਤੇ ਫਿਰ ਇੱਕਦਮ ਮਾਂ ਨੂੰ ਤਾਂ ਆਪਣੀ ਤੋਂ ਨੇ ਮਿਲਣਾ ਹੀ ਮਿਲਣਾ ਹੁੰਦਾ ਨਾ। ਫਿਰ ਇਹ ਬਸ ਜਜ਼ਬਾਤੀ ਗੱਲਾਂ ਦੇ ਵਿੱਚ ਆ ਕੇ ਮੇਰਾ ਭਰਾ ਜਜ਼ਬਾਤੀ ਫੈਸਲੇ ਨਾ ਕਰਿਓ, ਕਿਉਂਕਿ ਮੁਸ਼ਕਲ ਵਕਤ 'ਚ ਉਹੀ ਔਰਤ ਤੁਹਾਡੇ ਨਾਲ ਠਹਿਰਦੀ ਖਲੋਂਦੀ ਹੈ ਜਿਹੜੀ ਨਸਲੀ ਹੁੰਦੀ ਹੈ। ਜਿਹੜੀ ਨਸਲੀ ਨਹੀਂ ਨਾ ਹੁੰਦੀ ਹੈਗੀ, ਉਹ ਮੁਸ਼ਕਲ ਵਕਤ 'ਚ ਤੁਹਾਨੂੰ ਛੱਡ ਜਾਂਦੀ ਹੈ, ਆਸਾਨੀ 'ਚ ਤੇ ਹਰ ਕੋਈ ਤੁਹਾਡੇ ਨਾਲ ਰਹਿੰਦਾ ਯਾਰ। ਅਗਰ ਉਹ ਇੱਕ ਅਕਲਮੰਦ ਅਤੇ ਗੈਰਤਮੰਦ ਔਰਤ ਹੋਏਗੀ ਨਾ, ਉਹ ਤੁਹਾਡਾ ਮੁਸ਼ਕਲ ਵਕਤ 'ਚ ਕਦੀ ਸਾਥ ਨਹੀਂ ਛੱਡੇਗੀ, ਦੁਨੀਆ ਨੂੰ 100 ਕਹਿੰਦੀ ਰਹੇਗੀ। ਤੇ ਅਗਰ ਉਹੋ ਜਿਹੀ ਔਰਤ ਹੋਈ ਨਾ, ਤਾਂ ਫਿਰ ਤਾਂ ਤੁਸੀਂ ਮੁਸ਼ਕਲ ਵਕਤ ਦੇ ਵਿੱਚ ਫਿਰ ਛਾਪਰਾਂ ਉੱਡਣਾ ਜਿਵੇਂ ਨੇਰ 'ਚ ਛਾਪਰ ਉੱਡਦਾ। ਅਤੇ ਮੇਰੀ ਜਾਨ ਇਸ ਪਹਿਲਾਂ ਚੀਜ਼ਾਂ ਦੇਖ ਲਈ ਵੀ ਉਸ ਲੜਕੀ ਨੂੰ ਅਗਰ ਤੂੰ ਨਹੀਂ ਜਾਣਦਾ ਅਤੇ ਜਾਣਨਾ ਤੈਨੂੰ ਲੱਗਦਾ ਬਿਲਕੁਲ ਠੀਕ ਹੈ, ਅਤੇ ਬਈ ਦੇਖ ਉਹਦੀ ਮਾਂ ਨੂੰ ਫਿਰ ਵੀ ਦੇਖ ਲੈ, ਕਿਉਂਕਿ ਜਿਹੋ ਜਿਹੀ ਔਰਤ ਤੂੰ ਚਾਹੁੰਦਾ ਉਹੋ ਜਿਹੀਆਂ ਕੁਆਲਿਟੀਆਂ ਉਹਦੀ ਮਾਂ 'ਚ ਹੈ ਨੇ, ਜਾਂ ਜਿਵੇਂ ਤੂੰ ਚਾਹੁੰਦਾ ਤੇਰੀ ਬੀਵੀ ਤੇਰੇ ਕੇਕ ਖਾਏ 'ਚ ਰਹੇ, ਕਿ ਉਹ ਔਰਤ ਦੀ ਜਿਹੜੀ ਮਾਂ ਆਪਣੇ ਸ਼ੌਹਰ ਦੇ ਕੇਕ ਖਾਏ 'ਚ ਆ, ਤਾਂ 90% ਤਕਰੀਬਨ ਤੇਰੇ ਵੀ ਕੇਕ ਖਾਏ 'ਚ ਰਹੇਗੀ। ਮਤਲਬ ਫਿਰ ਤੂੰ ਇੱਕ ਫੈਸਲਾ ਲੈ ਸਕਣਾ ਯਾਰ, ਕਾਫੀ ਕੁਛ ਵੀ ਬਾਕੀ ਤਾਂ ਅੱਲਾ ਦੀ ਮਰਜ਼ੀ, ਅੱਲਾ ਤਾਂ ਛੱਡ ਦਿਓ ਬਾਕੀ, ਲੇਕਿਨ ਆਪਣੀ ਕੋਸ਼ਿਸ਼ ਵੀ ਕਰਨੀ ਚਾਹੀਦੀ ਯਾਰ। ਜਿਹੜੀ ਅੱਜ ਕੱਲ੍ਹ ਮੁਹੱਬਤ ਚੱਲ ਰਹੀ ਹੈ ਨਾ ਮੇਰੀ ਜਾਨ, ਇਹ ਮੁਹੱਬਤ ਬਸ ਨਾਮ ਦੇ ਡਰਾਮੇਬਾਜ਼ੀਆਂ ਨੇ, ਮੁਹੱਬਤ ਹੈ ਨਹੀਂ। ਤਾਂ ਅਗਰ ਮੁਹੱਬਤ ਵੀ ਕਰਨੀ ਤਾਂ ਇਹੀ ਮੁਹੱਬਤ ਵੀ ਨਾ, ਤਾਂ ਇਹੀ ਰੱਬ ਕੋ ਦੁਆ ਕਰਿਆ ਕੋਈ, ਯਾਰ ਅਗਰ ਜੇ ਮੁਹੱਬਤ ਵੀ ਹੋਵੇ ਨਾ ਕਿਸੇ ਨਾਲ, ਤਾਂ ਕਿਸੇ ਗੈਰਤਮੰਦ ਨਾਲ ਹੋਵੇ। ਤਾਂ ਗੈਰਤਮੰਦ ਉਹ ਹੀ ਹੁੰਦਾ ਜਿਹਨੂੰ ਆਪਣੇ ਪਤਾ ਵੀ ਮੇਰਾ ਰੱਬ ਨੇ ਮੈਨੂੰ ਕੀ ਇਕਾਮਾਤ ਦਿੱਤੇ ਨੇ। ਅਤੇ ਜਿਹੜੇ ਆਪਣੇ ਰੱਬ ਦੇ ਲੋਕ ਵਫਾਦਾਰ ਨਹੀਂ ਨਾ ਹੋ ਸਕਦੇ ਯਾਰ, ਚਾਹੇ ਉਹ ਮੈਂ ਵਾਂ ਚਾਹੇ ਤੂੰ ਆ, ਕਿਸੇ ਦੇ ਵਫਾਦਾਰ ਨਹੀਂ ਹੋ ਸਕਦੇ। ਅਤੇ ਇਹ ਚੀਜ਼ਾਂ ਲਾਜ਼ਮੀ ਦੇਖ ਲੈਣੀਆਂ, ਉਹਦੀ ਮਾਂ ਦਾ ਰਵੱਈਆ ਲਾਜ਼ਮੀ ਦੇਖ ਲਈ ਸ਼ਾਦੀ ਤੋਂ ਪਹਿਲਾਂ। ਅਤੇ ਉਮੀਦ ਹੈ ਅੱਲਾ ਦੇ ਘਰ 'ਚ 100% ਉਮੀਦ ਹੈ ਕਿ ਤੇਰੇ ਫੈਸਲੇ ਠੀਕ ਹੋਣਗੇ, ਅਗਰ ਤੂੰ ਇਹਨਾਂ ਚੀਜ਼ਾਂ ਨੂੰ ਵੇਖ ਕੇ ਪਰਖ ਕੇ, ਬਜਾਏ ਕਿ ਮਤਲਬ ਤੂੰ ਬੇਵਕੂਫ ਵਾਂਗੂ ਯਾਰ ਉਹ ਘਰ ਗਏ ਹਾਂ ਬੜੇ ਟੀਟਾ ਆਪਣੇ ਧਿਆਨ ਜਿੱਤੇ ਉਂਝ ਪੈਸਾ ਦੌਲਤ ਵੇਖੇ, ਪੈਸਾ ਦੌਲਤ ਨਹੀਂ ਵੇਖਣੀ ਮੇਰੀ ਜਾਨ। ਬਸ ਜਿਹੜੀ ਔਰਤ ਹੈ ਨਾ ਉਹਦੀ ਗੈਰਤ ਵੇਖਣੀ ਹੈ, ਉਹਦੇ ਘਰ ਵਾਲਿਆਂ ਦੀ ਗੈਰਤ ਵੇਖਣੀ ਹੈ, ਦੀਨਦਾਰੀ ਵੇਖਣੀ, ਬਸ ਇਸ ਅੱਗੇ ਕੋਈ ਚੀਜ਼ ਨਹੀਂ ਵੇਖਣੀ ਹੈਗੀ। ਅਤੇ ਚੀਜ਼ਾਂ ਲਾਜ਼ਮੀ ਵੇਖ ਲਈ। ਜ਼ਿੰਦਗੀ ਨੂੰ ਅਗਰ ਆਪਣੀ ਬੀਵੀ ਦੇ ਨਾਲ ਖੁਸ਼ ਮਜ਼ਾਜੀ ਨਾਲ ਨਿਭਾਉਣਾ ਚਾਹੁੰਦਾ, ਅਤੇ ਅਗਰ ਤੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਫਿਰ ਤਾਂ ਜਿੱਥੇ ਮਰਜ਼ੀ, ਫਿਰ ਤਾਂ ਕੋਈ ਗੱਲ ਨਹੀਂ ਹੈਗੀ, ਇੰਜੋਏ ਕਰੋ ਫਿਰ।